ਸਿਰਫ ਬਾਹਰ ਥੋੜੀ ਜੀ ਬੈਰਲ ਜਿਸ ਤਰ੍ਹਾਂ ਤੁਸੀਂ ਹੁਣ ਦੇਖ ਰਹੇ ਹੋ ਨਿਕਲੀ ਹੋਈ ਸੀ ਅਤੇ ਲਗਾਤਾਰ ਸਿੱਧਾ ਪੂਰੀ ਪਰਿਕਰਮਾ ਦੇ ਇਲਾਕੇ ਦੇ ਵਿੱਚ ਫਾਇਰ ਕਰ ਰਹੀ ਸੀ। ਇੱਥੇ 2 ਸਿੱਖ ਨੌਜਵਾਨਾਂ ਨੇ ਬਹਾਦਰੀ ਨਾਲ ਲੜਦਿਆਂ ਸੈਂਕੜੇ ਫੌਜੀ ਮੌਤ ਦੇ ਘਾਟ ਉਤਾਰ ਦਿੱਤੇ। ਬੜੇ ਖੂਬੀ ਦੇ ਨਾਲ ਕਵਰ ਹੋ ਰਿਹਾ ਸੀ ਤੇ ਇਸ ਜਗ੍ਹਾ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਜਵਾਨ ਸ਼ਹੀਦ ਹੋਏ। ਇਹ ਜਿਹੜਾ ਮੈਨਹੋਲ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਇੱਕ ਆਦਮੀ ਬੈਠਾ ਹੋਇਆ ਸੀ ਤੇ ਉਹ ਆਪਣੇ ਹੱਥਾਂ ਦੇ ਨਾਲ ਇਸ ਇਲਾਕੇ ਦੇ ਵਿੱਚ ਗ੍ਰੇਨੇਡ ਸੁੱਟੀ ਜਾ ਰਿਹਾ ਸੀ। ਸਿੱਖਾਂ ਦੀ ਬਹਾਦਰੀ ਦੀ ਕਹਾਣੀ ਇੱਕ ਹੋਰ ਫੌਜੀ ਦੇ ਜ਼ਬਾਨੀ। हम के लोग हैं, बल्कि मेरे नीचे सिख ट्रूप्स और बाकी हिंदू, मुस्लिम्स और क्रिश्चियंस के साथ एक मिली जुली पलटन के हिस्सा। तो इस किस्म के टास्क को पूरा करने के लिए एक बार मेरा दिल भर आया कि अगर दुश्मन के खिलाफ होता एक बैटलफील्ड में तो ज़्यादा अच्छा होता, मगर एक फौज के अधिकारी के कर्तव्य को समझते हुए जब मेरी पलटन की इज्जत पे बन गई और मुझे ये टास्क दे दिया गया कि एक विंग में से गोल्डन टेम्पल के मैं इन विद्रोहियों को उनके हथियारों के साथ हटा दूं, तो मेरे सब कम्युनिटीज, सब धर्मों के जवानों ने हाथ खड़े करके इस टास्क को पूरा करने की शपथ खाई। और जब मैं इस गेट में सिक्योर करने के लिए घुसा तो मेरे जवानों के पैर में चोटें घुसते ही लग गईं और जब मैंने देखा थोड़ी देर बाद अंधेरे में पता चला कि फायर तहखानों से और नीचे से ऊपर मेरे जवानों को मारने के लिए आ रहा है। ऐसी सिखलाई मैंने आमतौर पे फौज में भी नहीं देखी है। सरकार वालों इतने हथियार, इतने सोर्स वरतन दे ते नवीन हथियार होने के बावजूद भी सिख सूरबीरता नाल लगातार हुण तक लड़ते रहे हैं ਅਤੇ ਭਾਰਤੀ ਸਰਕਾਰ ਨੂੰ ਵਕਤ ਪਿਆ ਹੋਇਆ ਹੈ। ਆਓ ਉਹਨਾਂ ਇਮਾਰਤਾਂ ਦੇ ਦਰਸ਼ਨ ਕਰੀਏ ਜਿਨ੍ਹਾਂ ਇਮਾਰਤਾਂ ਦਾ ਨੁਕਸਾਨ ਜੂਨ 1984 ਵਿੱਚ ਹਿੰਦੁਸਤਾਨੀ ਫੌਜ ਨੇ ਕੀਤਾ ਹੈ। ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੇਜਾ ਸਿੰਘ ਸਮੁੰਦਰੀ ਹਾਲ, ਇਹ ਇਮਾਰਤਾਂ ਸਾੜ ਕੇ ਫੌਜ ਨੇ ਸੁਆਹ ਕਰ ਦਿੱਤੀਆਂ ਹਨ। ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ, ਦਰਬਾਰ ਸਾਹਿਬ ਕੰਪਲੈਕਸ, ਆਫਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੇਜਾ ਸਿੰਘ ਸਮੁੰਦਰੀ ਹਾਲ ਦਾ फ्रंट साइड मोरला हिस्सा है। ये उस दिन की सीन है जिस दिन पहले दिन फौज के हथों श्रोमणी गुरुद्वारा प्रबंधक कमेटी ने चारे लिया ते सिख संगतां दर्शन करन जा रही हैं। श्रोमणी कमेटी के दफ्तर के दर्शन करते हुए ਇਹ ਕਮਰਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਭਾਨ ਸਿੰਘ ਦਾ ਹੈ। ਇਸ ਕਮਰੇ ਦੇ ਵਿੱਚ ਜਿਸ ਵੇਲੇ ਹਮਲਾ ਹੋਇਆ ਕੋਈ ਵੀ ਨਹੀਂ ਸੀ। ਇਹ ਹੈ ਬਰਾਂਡਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਫਰੰਟ ਸਾਈਡ। ਇਹ ਵਿਚਾਲਾ ਰਸਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਮਰਿਆਂ ਨੂੰ ਦੋਨੇ ਪਾਸੇ ਵੰਡਦਾ ਹੈ। ਇਹ ਹੈ ਲੇਖਾਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਮਰੇ ਦਾ ਮੂਰਲਾ ਦਰਵਾਜ਼ਾ ਸੜਿਆ ਪਿਆ, ਟੁੱਟਿਆ ਪਿਆ ਹੈ। ਸਿੱਖ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਹਨ। ਉੱਪਰਲਾ ਛੱਤ ਹੈ ਸਾਰੀ ਸੜ ਕੇ ਸੁਆਹ ਹੋ ਚੁੱਕੀ ਹੈ, ਧੁਖੀ ਪਈ ਹੈ, ਧੂੰਏਂ ਨਾਲ ਕਾਲੀ ਹੈ। ਥਾਂ ਥਾਂ ਤੇ ਗੋਲੀਆਂ ਦੇ ਨਿਸ਼ਾਨ ਹਨ। ਸੀਮੈਂਟ ਸੜ ਕੇ ਉੱਪਰ ਉੱਠਿਆ ਹੈ। ਦਰਵਾਜ਼ਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੜ ਕੇ ਟੁੱਟ ਕੇ ਗਿਰ ਚੁੱਕਾ ਹੈ। ਦਫ਼ਤਰ ਦੇ ਬਾਹਰ ਦਾ ਹਿੱਸਾ ਦਰਵਾਜ਼ਾ ਟੁੱਟ ਸੜਿਆ ਪਿਆ ਹੈ। ਸਾਹਮਣੇ ਗੋਲੀਆਂ ਦੇ ਨਿਸ਼ਾਨ ਦਿਸ ਰਹੇ ਨੇ। ਪੱਖਾ ਦਿਸ ਰਿਹਾ ਹੈ। ਇਹ ਥੰਮਲਾ ਹੈ ਜਿਸ ਵਿੱਚੋਂ ਸਰੀਏ ਦਿਖ ਰਹੇ ਨੇ। ਬੰਬਾਂ ਦੇ ਨਾਲ ਸਾਰਾ ਥੰਮਲਾ ਉੱਡਿਆ ਪਿਆ ਹੈ।
ਔਰ ਥਾਂ ਥਾਂ ਤੇ ਗੋਲੀਆਂ ਬੰਬਾਂ ਦੇ ਨਿਸ਼ਾਨ ਹਨ। ਇੱਥੇ ਅੰਧਾਧੁੰਦ ਗੋਲੀਆਂ ਫੌਜ ਨੇ ਚਲਾਈਆਂ। ਇਹ ਜਿਸ ਵੇਲੇ ਇੱਥੇ ਗੋਲੀ ਚੱਲੀ, ਸਾਹਮਣੇ ਗੋਲੀਆਂ ਦੇ ਨਿਸ਼ਾਨ ਅਣਗਿਣਤ, ਸੜਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ। ਜਿਸ ਵੇਲੇ ਇੱਥੇ ਗੋਲਾਬਾਰੀ ਕੀਤੀ ਗਈ, ਸਿਰਫ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਫੋਟੋ ਬਚੀ ਸੀ, ਜਿਹੜੀ ਬਾਅਦ ਵਿੱਚ ਕੰਧ ਦੇ ਨਾਲ ਲਾ ਦਿੱਤੀ ਗਈ। ਥੱਲੇ ਫਰਸ਼ ਔਰ ਕਾਗਜ਼ ਖਿਲਰੇ ਪਏ ਹਨ। ਕਮਰਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਭਾਨ ਸਿੰਘ ਦਾ। ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਰ ਦੇ ਕਮਰੇ ਦਾ ਦੂਸਰਾ ਦਰਵਾਜ਼ਾ। ਬਰਾਂਡੇ ਦਾ ਇੱਕ ਸੀਨ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਵਾਜ਼ੇ ਦਾ ਇੱਕ ਸੀਨ। ਲਿਟਰੇਚਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਕਾਰਡ ਸੜਿਆ ਪਿਆ ਹੈ। ਸਿੱਖ ਸੰਗਤਾਂ ਦਰਸ਼ਨ ਕਰਦੀਆਂ ਹੋਈਆਂ ਇੱਕ ਭਾਵਨਾ, ਇੱਕ ਜਜ਼ਬਾ ਲੈ ਕੇ ਜਾਂਦੀਆਂ ਨੇ। ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੰਬਾਰਮੈਂਟ ਗੋਲੀਆਂ ਫੌਜੀਆਂ ਨੇ ਮਾਰੀਆਂ, ਉਸ ਵੇਲੇ ਇਸ ਬਿਲਡਿੰਗ ਦੇ ਵਿੱਚ ਸਿਰਫ ਇਕੱਲੇ ਸੰਤ ਲੌਂਗੋਵਾਲ ਹੀ ਸਨ। ਰਿਕਾਰਡ ਸਾਹਮਣੇ ਸੜਿਆ ਪਿਆ ਹੈ। ਦੇਖ ਰਹੇ ਹਾਂ ਕਿਸ ਤਰ੍ਹਾਂ ਅਖਬਾਰਾਂ ਦੇ ਵਿੱਚੋਂ, ਰਿਕਾਰਡ ਦੇ ਵਿੱਚੋਂ, ਫਾਈਲਾਂ ਦੇ ਵਿੱਚੋਂ, ਕਾਗਜ਼ਾਂ ਦੇ ਵਿੱਚੋਂ ਗੋਲੀਆਂ ਦੇ ਨਿਸ਼ਾਨ ਪਾਰ-ਸਾਰ ਹੋਏ ਪਏ ਹਨ। ਔਰ ਗੋਲੀਆਂ ਦੇ ਨਿਸ਼ਾਨ ਰਿਕਾਰਡ, ਫਾਈਲਾਂ, ਕਾਗਜ਼ਾਂ ਦੇ ਵਿੱਚੋਂ ਪਾਰ-ਸਾਰ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਰੂਮ ਦਾ ਇੱਕ ਦ੍ਰਿਸ਼। ਰਿਕਾਰਡ ਸੜਿਆ ਪਿਆ ਹੈ ਔਰ ਗੋਲੀਆਂ ਦੇ ਨਿਸ਼ਾਨ ਕਾਗਜ਼ਾਂ ਦੇ ਵਿੱਚੋਂ ਦਿਸ ਰਹੇ ਹਨ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਕਮਰਾ। ਸਿੱਖ ਸੰਗਤਾਂ, ਸਿੱਖ ਨੌਜਵਾਨ ਸੜੀ ਹੋਈ ਇਮਾਰਤ ਦੇ ਦਰਸ਼ਨ ਕਰਦੇ ਹੋਏ। ਕਮਰੇ ਦਾ ਫਰਸ਼ ਉੱਡ ਚੁੱਕਾ ਹੈ। ਪੱਖਾ ਕਮਰੇ ਦਾ ਜਿਹੜਾ ਹੈ ਸੜ ਕੇ ਥੱਲੇ ਗਿਰ ਚੁੱਕਾ ਹੈ। ਪਹਿਲਾਂ ਦੂਸਰੇ ਪੱਖਾ ਸੜ ਕੇ ਪਰ ਥੱਲੇ ਗਿਰ ਚੁੱਕੇ ਹਨ। ਥਾਂ ਥਾਂ ਤੋਂ ਕਮਰਾ ਉੱਡਿਆ ਪਿਆ ਹੈ। ਅੱਗ ਦੇ ਨਾਲ ਫਰਸ਼ ਹੈ ਜਿਹੜਾ ਸੜ ਚੁੱਕਾ ਹੈ। ਪਲਸਤਰ ਗਿਰ ਚੁੱਕਾ ਹੈ ਅੱਗ ਦੇ ਨਾਲ, ਗਰਮੀ ਦੇ ਨਾਲ। ਔਰ ਇਹ ਕਮਰੇ ਹੁਣ ਵਰਤੋਂ ਦੇ ਯੋਗ ਨਹੀਂ ਹਨ। ਕਿਸ ਤਰ੍ਹਾਂ ਬੰਬਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਥੰਬਲਾ ਉੱਡਿਆ ਪਿਆ ਹੈ। ਖਾਲਿਸਤਾਨ ਜ਼ਿੰਦਾਬਾਦ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਉਲਟੀਆਂ ਮਾਰਸਾਂ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਜਾਂਦਾ ਹੋਇਆ ਰਸਤਾ। ਸਿੱਖ ਸੰਗਤਾਂ ਉੱਪਰਲੀ ਮੰਜ਼ਿਲ ਨੂੰ ਜਾ ਰਹੀਆਂ ਨੇ। ਨੌਜਵਾਨ ਫਰਨੀਚਰ, ਅਲਮਾਰੀਆਂ ਲੋਹੇ ਦੀਆਂ ਟਲ ਕੇ, ਅੱਗ ਦੇ ਨਾਲ ਟਲ ਕੇ, ਜਿਸ ਵੇਲੇ ਫੌਜ ਨੇ ਪੈਟਰੋਲ ਪਾਪ ਕੇ ਅੱਗ ਲਾਈ ਤਾਂ ਅਲਮਾਰੀਆਂ ਲੋਹੇ ਦੀਆਂ ਸੜ ਕੇ ਟਲ ਕੇ ਥੱਲੇ ਮੋਮ ਬਣ ਕੇ ਗਿਰ ਚੁੱਕੀਆਂ ਹਨ। ਕੰਧਾਂ ਦੇ ਨਾਲੋਂ ਸੀਮੈਂਟ ਦਾ ਪਲਸਤਰ ਜਿਹੜਾ ਹੈ ਸਾਰਾ ਗਿਰ ਚੁੱਕਾ ਹੈ। ਸਾਹਮਣੇ ਅਸੀਂ ਅਲਮਾਰੀਆਂ ਦੇਖ ਰਹੇ ਹਾਂ ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਕਾਰਡ ਹੁੰਦਾ ਸੀ। ਸਾਰੀਆਂ ਢਲ ਚੁੱਕੀਆਂ ਹਨ ਔਰ ਵਰਤੋਂ ਦੇ ਯੋਗ ਨਹੀਂ ਹਨ। ਇੱਕ ਹੋਰ ਕਮਰੇ ਦਾ ਦ੍ਰਿਸ਼। ਇਸੇ ਤਰ੍ਹਾਂ ਹੀ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਹੋਈਆਂ। ਇਸੇ ਤਰ੍ਹਾਂ ਹੀ ਇੱਕ ਦਿਨ 18ਵੀਂ ਸਦੀ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਮੱਸੇ ਰੰਗੜ ਨੇ ਭੰਗ ਕੀਤੀ ਸੀ ਔਰ ਰਾਜਸਥਾਨ ਤੋਂ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੇ ਆ ਕੇ ਮੱਸੇ ਰੰਗੜ ਦਾ ਸਿਰ ਵੱਢ ਕੇ ਬਦਲਾ ਲਿਆ ਸੀ। ਇਹਨਾਂ ਇਮਾਰਤਾਂ ਨੂੰ ਵੇਖਣ ਲਈ ਹੀ ਇੰਦਰਾ ਗਾਂਧੀ ਦੇ 2 ਬਾਡੀਗਾਰਡ, ਅਸੀਂ ਸਾਹਮਣੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਫਰਨੀਚਰ ਸੜਿਆ ਪਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਨੀਚਰ। ਇਸੇ ਸਥਾਨ ਤੇ ਹੀ ਇੰਦਰਾ ਗਾਂਧੀ ਦੇ 2 ਬਾਡੀਗਾਰਡ, ਸੂਰਬੀਰ ਬਹਾਦਰ, ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਤੇ ਇਹਨਾਂ ਇਮਾਰਤਾਂ ਦੇ ਦਰਸ਼ਨ ਕਰਕੇ ਗਏ ਔਰ ਉਹਨਾਂ ਨੇ ਕਸਮ ਖਾਧੀ ਕਿ ਜਿੰਨਾ ਚਿਰ ਅਸੀਂ ਇਹਨਾਂ ਦਾ ਬਦਲਾ ਨਹੀਂ ਲੈ ਲਵਾਂਗੇ ਉਹਨਾਂ ਚਿਰ ਸਾਹ ਨਹੀਂ ਲਵਾਂਗੇ। ਔਰ ਇਸ ਸਾਕੇ ਦੇ ਤਕਰੀਬਨ 5 ਮਹੀਨੇ ਦੇ ਵਿੱਚ ਇੰਦਰਾ ਗਾਂਧੀ ਨੂੰ ਦੋਨਾਂ ਸੂਰਬੀਰ ਬਹਾਦਰਾਂ ਨੇ ਮਾਰ ਕੇ ਖਤਮ ਕਰ ਦਿੱਤਾ।
ਪੌੜੀਆਂ ਰਾਹੀਂ ਸਿੱਖ ਸੰਗਤਾਂ ਉੱਪਰਲੀ ਮੰਜ਼ਲ ਤੇ ਦਰਸ਼ਨ ਕਰਨ ਜਾ ਰਹੀਆਂ ਹਨ। ਸਾਹਮਣੇ ਸਾਰਾ ਬਰਾਂਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੜਿਆ ਪਿਆ ਹੈ ਔਰ ਇਸੇ ਤਰ੍ਹਾਂ ਹੀ ਜਦੋਂ ਵੀ ਸਿੱਖ ਧਰਮ ਤੇ ਕਿਸੇ ਨੇ ਜ਼ੁਲਮ ਕੀਤਾ ਹੈ, ਸਿੱਖਾਂ ਵਿੱਚ ਜਜ਼ਬਾ ਲਹਿਰ ਉੱਠੀ ਹੈ ਔਰ ਸਿੱਖਾਂ ਨੇ ਬਦਲਾ ਲਿਆ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਹੋਰ ਕਮਰਾ ਜਿਸ ਵਿੱਚ ਅਲਮਾਰੀਆਂ ਸੜੀਆਂ ਪਈਆਂ ਹਨ, ਸਿੱਖ ਸੰਗਤਾਂ ਬੀਬੀਆਂ ਦਰਸ਼ਨ ਕਰਦੀਆਂ ਹਨ। ਕਮਰੇ ਦਾ ਦਰਵਾਜ਼ਾ ਸੜਿਆ ਪਿਆ ਹੈ। ਇੱਥੋਂ ਇੱਕ ਸੰਦੇਸ਼ ਲੈ ਕੇ ਸੰਗਤਾਂ ਜਾਂਦੀਆਂ ਨੇ ਕਿ ਅਸਾਂ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਕਿਸ ਤਰੀਕੇ ਨਾਲ ਟੱਕਰ ਲੈਣੀ ਹੈ। ਹਵਾ ਦਾ ਇੱਕ ਹੋਰ ਪੱਖਾ, ਅਲਮਾਰੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟਾਈਪਰਾਈਟਰਾਂ ਜਿਨ੍ਹਾਂ ਨਾਲ ਸਿੱਖ ਸੰਗਤਾਂ ਨੂੰ ਚਿੱਠੀਆਂ ਲਿਖ ਕੇ ਭੇਜੀਆਂ ਜਾਂਦੀਆਂ ਸਨ, ਸੜ ਕੇ ਨਕਾਰਾ ਹੋ ਚੁੱਕੀਆਂ ਹਨ, ਢਲ ਚੁੱਕੇ ਹਨ ਔਰ ਇਹ ਵਰਤੋਂ ਦੇ ਯੋਗ ਨਹੀਂ ਹਨ। ਇਹ ਸਾਰਾ ਕੁਝ ਸਿੱਖ ਸੰਗਤਾਂ ਦੀ ਮਾਇਆ ਦੇ ਨਾਲ, ਜੋ ਉਹਨਾਂ ਨੇ ਇੱਕ ਪੈਸਾ ਕਰਕੇ ਗੁਰਦੁਆਰੇ ਸਾਹਿਬਾਂ ਵਿਖੇ ਮੱਥਾ ਟੇਕ ਕੇ ਦਾਨ ਦੇ ਰੂਪ ਵਿੱਚ ਦਿੱਤਾ ਸੀ, ਉਹਨਾਂ ਦੇ ਨਾਲ ਇਹ ਸਾਰਾ ਕੁਝ ਖਰੀਦਿਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਨੀਚਰ ਜਿਹੜਾ ਕਿ ਫੌਜੀ ਕਾਰਵਾਈ ਜੂਨ 1984 ਵਿੱਚ ਫੌਜ ਨੇ ਤਬਾਹ ਕਰ ਦਿੱਤਾ। ਸੰਤ ਪਿੰਡਾਂ ਵਾਲੇ ਜਿੰਦਾਬਾਦ, ਸੰਤ ਜਰਨੈਲ ਸਿੰਘ ਜਿੰਦਾਬਾਦ ਦੇ ਨਾਰੇ ਅਸੀਂ ਲਿਖ ਰਹੇ ਹਾਂ। ਇੱਥੇ ਜਿਹੜਾ ਵੀ ਨੌਜਵਾਨ ਆਉਂਦਾ ਹੈ, ਕੋਈ ਵੀ ਸੂਰਬੀਰ ਬਹਾਦਰ ਆਉਂਦਾ ਹੈ, ਸਿੱਖ ਸਟੂਡੈਂਟ ਫੈਡਰੇਸ਼ਨ ਜਿੰਦਾਬਾਦ, ਇਸ ਤਰ੍ਹਾਂ ਨਾਰੇ ਲਿਖ ਕੇ ਚਲੇ ਜਾਂਦੇ ਨੇ। ਸਿੱਖ ਸੰਗਤਾਂ, ਪਿੰਡਾਂ, ਸ਼ਹਿਰਾਂ ਤੋਂ ਆਏ ਨੌਜਵਾਨ ਫੌਜੀ ਕਾਰਵਾਈ ਦਾ ਦ੍ਰਿਸ਼ ਦੇਖਦੇ ਹੋਏ ਤੇ ਇੱਥੇ ਹੀ ਆ ਕੇ ਹਰ ਸਿੱਖ ਨੌਜਵਾਨ ਆ ਕੇ ਕਸਮ ਖਾਂਦਾ ਹੈ ਕਿ ਅਸਾਂ ਨੇ ਹਿੰਦੁਸਤਾਨ ਦੇ ਨਾਲ ਟੱਕਰ ਲੈਣੀ ਹੈ। ਜਦੋਂ ਇਸ ਨੂੰ ਵੇਖਦਾ ਹੈ, ਸਾਹਮਣੇ ਦੇਖਦੇ ਹਾਂ ਕਿ ਲੋਹੇ ਦੀਆਂ ਬਾਰੀਆਂ ਜੋ ਲੱਗੀਆਂ ਹੋਈਆਂ ਸਨ, ਉਹਨਾਂ ਦੇ ਵਿੱਚੋਂ ਸ਼ੀਸ਼ੇ ਔਰ ਲੱਕੜ ਦਾ ਸਾਰਾ ਸੜ ਚੁੱਕਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ। ਇਹਨਾਂ ਇਮਾਰਤਾਂ ਵਿੱਚ ਕੋਈ ਵੀ ਸੂਰਬੀਰ ਬਹਾਦਰ ਲੜਾਕਾ ਸਿੱਖ ਨਹੀਂ ਸੀ, ਸਗੋਂ ਹਿੰਦੁਸਤਾਨ ਦੀ ਫੌਜੀ ਹਕੂਮਤ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਔਰ ਸਿੱਖਾਂ ਨੂੰ ਸਦਾ ਦੇ ਲਈ ਮਲਜਾ ਮੇਟ ਕਰਨ ਲਈ ਇੱਥੇ ਸਾਰਾ ਹੀ ਸ਼੍ਰੋਮਣੀ ਕਮੇਟੀ ਦਾ ਰਿਕਾਰਡ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ, ਸਾਰਾ ਰਿਕਾਰਡ ਤੇ ਹੋਰ ਲਿਟਰੇਚਰ ਸਾਰਾ ਸਾੜ ਕੇ ਸੁਆਹ ਕਰ ਦਿੱਤਾ। ਇਮਾਰਤ ਵਰਤੋਂ ਯੋਗ ਨਹੀਂ ਹੈ। ਸਾਰੇ ਬੂਹੇ ਬਾਰੀਆਂ ਸੜੇ ਪਏ ਹਨ। ਥਾਂ ਉੱਤੇ ਗੋਲੀਆਂ ਦੇ ਬੰਬਾਂ ਦੇ ਨਿਸ਼ਾਨ ਹਨ ਔਰ ਇਹਨਾਂ ਦੇ ਉੱਤੇ ਬੰਬਾਰਮੈਂਟ ਕੀਤੀ ਗਈ। ਅਸੀਂ ਦੇਖ ਰਹੇ ਹਾਂ ਸਾਹਮਣੇ ਕਿਸ ਤਰ੍ਹਾਂ ਥੱਲੇ ਬੰਬਾਂ ਦੇ ਨਿਸ਼ਾਨ। ਕਮਰੇ ਦਾ ਫਰਸ਼ ਟੁੱਟਿਆ ਪਿਆ ਹੈ। ਕਿਸ ਤਰ੍ਹਾਂ ਸਾਹਮਣੇ ਬੰਬਾਂ ਦੇ ਨਿਸ਼ਾਨ, ਫਰਨੀਚਰ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਇੱਕ ਕਮਰਾ, ਲੋਹੇ ਦੀ ਅਲਮਾਰੀ ਜੋ ਢਲ ਕੇ ਨਕਾਰਾ ਹੋ ਚੁੱਕੀ ਹੈ। ਇੰਦਰਾ ਕੁੱਤੀ ਮਾਰੋ ਜੁੱਤੀ, ਇਹ ਕੰਧਾਂ ਦੇ ਉੱਤੇ ਲਿਖਿਆ ਹੋਇਆ ਹੈ। ਇਮਾਰਤ ਇੱਕ ਹੋਰ ਅਲਮਾਰੀ ਜੋ ਢਲ ਕੇ ਮੋਹ ਬਣ ਚੁੱਕੀ ਹੈ, ਜਿਹੜੀ ਵਰਤੋਂ ਯੋਗ ਨਹੀਂ ਹੈ। ਇਸ ਤਰੀਕੇ ਨਾਲ ਪੈਟਰੋਲ ਪਾ ਕੇ, ਡੀਜ਼ਲ ਪਾ ਕੇ ਅੱਗ ਲਾਈ ਗਈ ਔਰ ਸਭ ਤੋਂ ਪਹਿਲਾਂ ਕਮਰਿਆਂ ਦੇ ਵਿੱਚ ਬੰਬਾਂ ਨਾਲ, ਗੋਲੀਆਂ ਨਾਲ ਨਿਸ਼ਾਨਾ ਬਣਾਇਆ ਜਾਂਦਾ। ਉਸ ਤੋਂ ਬਾਅਦ ਪੰਪਾਂ ਦੇ ਨਾਲ ਦੂਰੋਂ ਪੈਟਰੋਲ, ਡੀਜ਼ਲ ਛਿੜਕਿਆ ਜਾਂਦਾ ਔਰ ਫਿਰ ਇਮਾਰਤਾਂ ਨੂੰ ਅੱਗ ਲਾਈ ਜਾਂਦੀ। ਕਿਸ ਤਰ੍ਹਾਂ ਸੀਮਿੰਟ ਗਿਰ ਚੁੱਕਾ ਹੈ, ਇੱਥੇ ਅੱਗ ਲਾ ਕੇ ਸਾਰੇ ਦੇ ਸਾਰਾ ਕਮਰਾ ਸਾੜ ਦਿੱਤਾ ਗਿਆ। ਪੱਖੇ ਉੱਪਰ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਪੱਖੇ ਜਿਹੜੇ ਨੇ ਗਿਰ ਚੁੱਕੇ ਹਨ ਔਰ ਇਹ ਆਪਣੇ ਨਾਲ ਬੀਤੀ ਫੌਜੀ ਕਾਰਵਾਈ ਦੇ ਮੂੰਹ ਬੋਲ ਦੀ ਤਸਵੀਰ ਹੈ। ਸਰਕਾਰ ਜਾਂ ਫੌਜ ਤੇ ਹੋਰ ਕਾਂਗਰਸੀ ਕਹਿ ਰਹੇ ਨੇ ਕਿ ਹਰਿਮੰਦਰ ਸਾਹਿਬ ਕੋਈ ਨੁਕਸਾਨ ਨਹੀਂ ਹੋਇਆ। ਇਸ ਅਸੀਂ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਕਮਰਿਆਂ ਦਾ ਕੀ ਹਾਲਤ ਹੋਈ ਪਈ ਹੈ। ਸਾਹਮਣੇ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਜ਼ਿੰਦਾਬਾਦ। ਸਿੱਖ ਨੌਜਵਾਨ ਪਿੰਡਾਂ ਤੋਂ ਆਉਂਦੇ ਹਨ, ਇਹਨਾਂ ਨੂੰ ਦੇਖਦੇ ਹਨ ਤੇ ਇੱਥੇ ਹੀ ਕਸਮਾਂ ਖਾਂਦੇ ਨੇ ਕਿ ਅਸਾਂ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਟੱਕਰ ਲੈਣੀ ਹੈ। ਥੰਮਲਾ ਉੱਡਿਆ ਪਿਆ ਹੈ ਬੰਬਾਂ ਦੇ ਨਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਂਡੇ ਦਾ ਇੱਕ ਸੀਨ।
ਇੱਥੇ ਹੀ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਜੀ ਨੇ ਆ ਕੇ ਇੰਦਰਾ ਗਾਂਧੀ ਨੂੰ ਮਾਰਨ ਦਾ ਪ੍ਰਣ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ, ਕਿਸ ਤਰ੍ਹਾਂ ਸੜੇ ਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਕਮਰੇ ਦਾ ਦ੍ਰਿਸ਼, ਬਾਰੀ ਸੜੀ ਪਈ ਹੈ, ਭਿੰਡਰਾਂ ਵਾਲੇ ਜ਼ਿੰਦਾਬਾਦ ਥਾਂ ਥਾਂ ਦੇ ਉੱਤੇ ਲਿਖਿਆ ਹੋਇਆ ਹੈ। ਫਰਸ਼ ਔਰ ਕੰਧਾਂ ਦੇ ਉੱਤੋਂ ਲੈ ਚੁੱਕਾ ਹੈ ਸੀਮੈਂਟ, ਸਾਰਾ ਪਲਸਤਰ ਲੈ ਚੁੱਕਾ ਹੈ ਅੱਗ ਦੇ ਨਾਲ ਢਲ ਕੇ ਮੋਮ ਹੋਈਆਂ ਇਹ ਬਾਰੀਆਂ। ਇਹਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਟਰੰਕ ਸੀਮੈਂਟ ਗਿਰ ਚੁੱਕਾ ਹੈ। ਸਾਹਮਣੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਪੜਿਆ ਜਾ ਸਕਦਾ ਹੈ। ਸਰਕਾਰ ਨੇ ਬੇਸ਼ੱਕ ਚੌਂਕੀ ਪੱਖਾ, ਬੇਸ਼ੱਕ ਸਰਕਾਰ ਨੇ ਸਿੱਖਾਂ ਦਾ ਜਜ਼ਬਾ, ਸਿੱਖਾਂ ਨੂੰ ਮਲੀਆ ਮੇਟ ਕਰਨ ਦਾ ਕੋਸ਼ਿਸ਼ ਕੀਤੀ ਹੈ, ਪਰ ਸਿੱਖਾਂ ਨੂੰ ਖਤਮ ਨਹੀਂ ਕਰ ਸਕਦੇ, ਕਿਉਂਕਿ ਸਿੱਖਾਂ ਦਾ ਭਵਿੱਖ ਸਿੱਖਾਂ ਦੇ ਆਪਣੇ ਹੱਥ ਵਿੱਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਂਡੇ ਦਾ ਇੱਕ ਹੋਰ ਦ੍ਰਿਸ਼, ਸਿੱਖ ਸੰਗਤਾਂ ਜਿਸ ਵੇਲੇ ਪਹਿਲੇ ਦਿਨ ਖੁੱਲਿਆ ਤੇ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਹੋਈਆਂ ਇਹਨਾਂ ਕਮਰਿਆਂ ਦੇ ਵਿੱਚੋਂ ਬਹੁਤ ਸਾਰਾ ਸਮਾਨ ਸਫਾਈ ਫੌਜ ਨੇ ਕਰ ਦਿੱਤੀ ਸੀ। ਇਹ ਹੈ ਦਰਵਾਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਉੱਪਰਲੀ ਛੱਤ ਦਾ ਇੱਕ ਸੀਨ, ਕਿਸ ਤਰ੍ਹਾਂ ਛੱਤ ਉੱਡੀ ਪਈ ਹੈ ਕਾਲਖ ਨਾਲ, ਔਰ ਜਿਸ ਤਰ੍ਹਾਂ ਅੱਗ ਦੇ ਨਾਲ ਝੁਲਸੀ ਹੋਈ ਇਹ ਇਮਾਰਤ, ਪੱਖਾ ਕੂਲਰ ਦਾ ਇੱਕ ਦ੍ਰਿਸ਼। ਇੱਕ ਹੋਰ ਕਮਰੇ ਦਾ ਦ੍ਰਿਸ਼, ਕਿਸ ਤਰ੍ਹਾਂ ਉੱਡਿਆ ਪਿਆ ਹੈ। ਥੱਲੇ ਫਰਸ਼, ਇਮਾਰਤ ਇੰਦਰਾ ਕੁੱਤੀ ਮਾਰੋ ਜੁੱਤੀ ਲਿਖਿਆ ਹੋਇਆ ਹੈ। ਸਿੱਖ ਨੌਜਵਾਨ ਇੱਥੇ ਆਉਂਦੇ ਹਨ ਔਰ ਇਸ ਨੂੰ ਦੇਖ ਕੇ ਕਸਮਾਂ ਖਾਂਦੇ ਹਨ ਕਿ ਅਸਾਂ ਨੇ ਹਿੰਦੁਸਤਾਨ ਦੀ ਸਰਕਾਰ ਨਾਲ ਟੱਕਰ ਲੈਣੀ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਹਨਾਂ ਇਮਾਰਤਾਂ ਨੂੰ ਸੰਭਾਲ ਕੇ ਰੱਖੀਏ ਔਰ ਆਉਣ ਵਾਲੇ ਭਵਿੱਖ ਦੇ ਵਿੱਚ ਆਪਣੀ ਔਲਾਦ ਨੂੰ ਦੱਸੀਏ। ਬੰਬਾਂ ਨਾਲ ਉੱਡੇ ਦਾ ਦ੍ਰਿਸ਼ ਸਾਹਮਣੇ ਲੰਗਰ ਹਾਲ ਗੁਰੂ ਰਾਮਦਾਸ ਲੰਗਰ ਦਿਸ ਰਿਹਾ ਹੈ। ਸ਼੍ਰੀ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰਲੀ ਮੰਜ਼ਿਲ ਤੋਂ ਦਿਸ ਰਿਹਾ ਹੈ। ਸ਼੍ਰੀ ਹਰਮੰਦਰ ਸਾਹਿਬ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਨਵਾਂ ਬਣਿਆ ਸ਼੍ਰੀ ਅਕਾਲ ਤਖਤ ਸਾਹਿਬ। ਸ਼ਹਿਰ ਦਾ ਇੱਕ ਦ੍ਰਿਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚੋਂ। ਇੱਕ ਹੋਰ ਕਮਰੇ ਦਾ ਦ੍ਰਿਸ਼। ਸਾਨੂੰ ਇਹ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟਾਈਪਰਾਈਟਰਾਂ ਜਿਨ੍ਹਾਂ ਦੇ ਨਾਲ ਚਿੱਠੀਆਂ ਲਿਖ ਕੇ ਸਿੱਖ ਸੰਗਤਾਂ ਨੂੰ ਭੇਜੀਆਂ ਜਾਂਦੀਆਂ ਸਨ, ਸਾਰੇ ਦੇ ਸਾਰੇ ਸਾੜ ਕੇ ਸੁਆਹ ਕਰ ਦਿੱਤੀਆਂ। ਇਹ ਫਰਨੀਚਰ, ਇਹ ਇਮਾਰਤ ਸਾਰੀ ਦੀ ਸਾਰੀ ਸਿੱਖ ਸੰਗਤਾਂ ਦੇ ਪੈਸੇ ਪਾਈ ਦੇ ਨਾਲ ਬਣੀ ਸੀ, ਜਿਹੜੀ ਕਿ ਅੱਜ ਨਕਾਰਾ ਹੋ ਚੁੱਕੀ ਹੈ। ਇਹ ਫੌਜੀ ਇੰਦਰਾ ਸਰਕਾਰ, ਜੈਲ ਸਿੰਘ ਦੀ ਸਰਕਾਰ ਨੇ ਸਿੱਖਾਂ ਦੇ ਨਾਲ ਕੀਤਾ ਹੈ, ਪਰ ਫਿਰ ਇਹ ਕਹਿ ਰਹੇ ਨੇ ਕਿ ਅਸਾਂ ਉੱਥੇ ਕੋਈ ਨੁਕਸਾਨ ਨਹੀਂ ਹੋਇਆ। ਫਰਨੀਚਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਟਾਈਪਰਾਈਟਰ, ਪੱਖਾ, ਅਲਮਾਰੀਆਂ, ਹਰ ਕਿਸਮ ਦਾ ਫਰਨੀਚਰ ਜੋ ਵੀ ਸੀ, ਸਾਰਾ ਰਿਕਾਰਡ, ਧਾਰਮਿਕ ਪੋਥੀਆਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 500 ਬੀੜਾਂ ਇਸ ਇਮਾਰਤ ਦੇ ਵਿੱਚ ਸਾੜੀਆਂ ਗਈਆਂ। ਇੱਥੇ ਕੋਈ ਵੀ ਸੂਰਬੀਰ ਬਹਾਦਰ ਸਿੱਖ ਨਹੀਂ ਸੀ, ਸਗੋਂ ਇਸ ਇਮਾਰਤ, ਸੁੰਨੀ ਇਮਾਰਤ ਨੂੰ ਰਾਤ ਵੇਲੇ ਤਾਲੇ ਲਾਏ ਜਾਂਦੇ ਨੇ। ਇਸ ਦੀ ਅਲਮਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ। ਤੇ ਮਹਾਨ ਵੱਡੀ ਇਮਾਰਤ ਦੀਆਂ ਕੱਲੇ ਕਮਰੇ ਦਾ ਅਸੀਂ ਸੀਨ
ਵੇਖ ਰਹੇ ਹਾਂ। ਇੱਕ ਹੋਰ ਕਮਰੇ ਦੀ ਇੱਕ ਹੋਰ ਅਲਮਾਰੀ ਜਿਸ ਦਾ ਸਾਰਾ ਢਲ ਚੁੱਕੀ ਹੈ। ਦੂਸਰੀ ਅਲਮਾਰੀ ਬਾਹਰਲੇ ਪਾਸੇ ਦੂਸਰੇ ਪਾਸੇ ਦਾ ਦ੍ਰਿਸ਼। ਉੱਪਰਲੀ ਮੰਜ਼ਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਵਾਲੇ ਕਮਰਿਆਂ ਦਾ ਇੱਕ ਦ੍ਰਿਸ਼। ਇੱਥੇ ਹੀ ਬਾਹਰਲੇ ਦੇਸ਼ਾਂ ਦੇ ਸਿੱਖਾਂ ਨੂੰ ਸਾਹਮਣੇ ਜੋ ਦੇਖ ਰਹੇ ਹਾਂ ਅਸੀਂ, ਇੱਥੋਂ ਚਿੱਠੀਆਂ ਲਿਖ ਕੇ ਬਾਹਰਲੇ ਸਿੱਖਾਂ ਦੇ ਨਾਲ ਸੰਪਰਕ ਪੈਦਾ ਕੀਤਾ ਜਾਂਦਾ ਹੈ, ਜਿਹੜਾ ਕਿ ਸਾਰੇ ਦਾ ਸਾਰਾ ਰਿਕਾਰਡ ਜਿਹੜਾ ਹੈ ਸੜ ਕੇ ਸੁਆਹ ਹੋ ਚੁੱਕਾ ਹੈ। ਕੋਈ ਵੀ ਨਹੀਂ ਹੈ। ਇਮਾਰਤ ਸਾਰੀ ਵਰਤਣ ਦੇ ਯੋਗ ਨਹੀਂ ਹੈ। ਹੁਣ ਨਵੀਂ ਇਮਾਰਤ ਬਣਾਉਣੀ ਪਏਗੀ। ਖਾਲਿਸਤਾਨ ਜ਼ਿੰਦਾਬਾਦ। ਸਾਹਮਣੇ ਦਰਵਾਜ਼ਾ ਟੁੱਟਾ ਹੈ। ਫਰਸ਼ ਸੜ ਕੇ ਥੱਲੇ ਗਿਰ ਚੁੱਕਾ ਹੈ ਹੀਟ ਦੇ ਨਾਲ, ਗਰਮੀ ਦੇ ਨਾਲ। ਜੋ ਵੀ ਨੌਜਵਾਨ ਇੱਥੇ ਆਉਂਦਾ ਹੈ ਇੱਕ ਸਵਾਲ ਲੈ ਕੇ ਜਾਂਦਾ ਹੈ, ਔਰ ਜਿਹੜਾ ਵੀ ਇੱਥੇ ਨੌਜਵਾਨ ਆਉਂਦਾ ਹੈ ਉਹ ਕਿਸਰੀ ਦਸਤਾਰ ਜਾ ਕੇ ਬੰਨ੍ਹਦਾ ਹੈ ਔਰ ਕਹਿੰਦਾ ਹੈ ਕਿ ਮੈਂ ਸਰਕਾਰ ਦੇ ਨਾਲ ਟੱਕਰ ਲੈਣੀ ਹੈ। ਇਹ ਟੱਕਰ ਕਦੇ ਵੀ ਸਰਕਾਰ ਖਤਮ ਨਹੀਂ ਕਰ ਸਕੇਗੀ ਜਿਤਨਾ ਚਿਰ ਦੁਨੀਆ ਰਹੇਗੀ। ਹੁਣ ਜਿਸ ਤਰ੍ਹਾਂ ਸਿੱਖ ਮੁਗਲਾਂ ਦੇ ਨਾਲ ਲੜਦੇ ਆਏ ਨੇ, ਉਸ ਤੋਂ ਪਿੱਛੇ ਹੋਰ ਜਰਵਾਣਿਆਂ ਦੇ ਨਾਲ ਲੜੇ, ਬ੍ਰਿਟਿਸ਼ ਸਰਕਾਰ ਦੇ ਖਿਲਾਫ ਲੜੇ, ਇਸੇ ਤਰ੍ਹਾਂ ਹੀ ਹੁਣ ਹਰ ਸਿੱਖ ਇੰਦਰਾ, ਕਾਂਗਰਸ ਔਰ ਹਿੰਦੂ ਸਰਕਾਰ ਦੇ ਖਿਲਾਫ ਲੜਦਾ ਹੀ ਰਹੇਗਾ। ਇਹ ਲੜਾਈ 48 ਸ਼ਾਖਾ, ਜਿੱਥੇ ਕਿ ਸਾਰਿਆਂ ਹੀ ਗੁਰਦੁਆਰਿਆਂ ਦੀ ਹਿਸਾਬ ਕਿਤਾਬ ਦਾ ਪੜਤਾਲ ਹੁੰਦੀ ਸੀ, ਉਸ ਕਮਰੇ ਦਾ ਇੱਕ ਦ੍ਰਿਸ਼। ਫਰਸ਼ ਟੁੱਟਾ ਪਿਆ ਹੈ। ਇਹ 48 ਸ਼ਾਖਾ ਦਾ ਕਮਰਾ ਹੈ ਔਰ ਇਸ ਨੂੰ ਵੀ ਇਸੇ ਤਰ੍ਹਾਂ ਹੀ ਅੱਗ ਲਾ ਕੇ, ਪਹਿਲਾਂ ਗੋਲੀਬਾਰੀ ਕੀਤੀ ਗਈ, ਫਿਰ ਅੱਗ ਲਾ ਕੇ ਸਾੜ ਦਿੱਤਾ ਗਿਆ। ਇਹ ਸੰਤ ਲੌਂਗੋਵਾਲ ਦਾ ਕਮਰਾ ਹੈ, ਜਿੱਥੋਂ ਸੰਤ ਲੌਂਗੋਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਨੂੰ ਵੀ ਬਾਅਦ ਵਿੱਚ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ ਔਰ ਸਾਰਾ ਹੀ ਸੜ ਕੇ ਸੁਆਹ ਹੋ ਗਿਆ। ਅਲਮਾਰੀਆਂ, ਰੈਕ ਔਰ ਕਿਸ ਤਰ੍ਹਾਂ ਹੋਰ ਸਾਰਾ ਫਰਨੀਚਰ ਹੈ ਜਿਹੜਾ ਨਾਲ ਦੇ ਕਮਰੇ ਦਾ ਸੜਿਆ ਪਿਆ ਹੈ। ਨੌਜਵਾਨ ਦੇਖਦੇ ਹੋਏ ਕਿ ਸਰਕਾਰ ਨੇ ਕੀ ਜ਼ੁਲਮ ਢਾਏ ਨੇ। ਇਹ ਟਿਊਬਾਂ ਜਿਹੜੀਆਂ ਨੇ ਇਹ ਬਾਅਦ ਵਿੱਚ ਲਾਈਆਂ ਗਈਆਂ ਫੌਜੀ ਨੇ ਆਪਣੀ ਟ੍ਰੇਨ ਦੇ ਰੋਸ਼ਨੀ ਵਾਸਤੇ। ਕਿਵੇਂ ਉੱਪਰਲਾ ਛੱਤ ਹੈ ਜਿਹੜੀ ਸੜੀ ਪਈ ਹੈ, ਪੱਖਾ ਟੁੱਟਾ ਹੋਇਆ ਹੈ। ਕਮਰੇ ਦੇ ਬਾਹਰਲਾ ਬਰਾਂਡਾ, ਰਸਤਾ ਜਾਣ ਦਾ। किस तरह सामने से देख रहे हैं कि फर्श जो है प्लस्तर है डिग चुका है और सारे का सारा सड़ चुका है। सड़ी हुई इमारत, पहला गोलाबारी की गई, फिर पेट्रोल छिड़के पंपां नाल डीजल छिड़क के अग ला के साड़ दिता गया। पक्का श्रोमणी गुरुद्वारा प्रबंधक कमेटी के कमरे का एक, और उस तो बाद इस दे विचों बहुत सारी फौजियों ने सफाई कर दी है, पर जेड़े भी चिन्ह रह गए सानू चाहिए है कि इन्हां सारियां नू संभाल के रखिए और असी इहदे थां ते नवां श्रोमणी गुरुद्वारा कमेटी का दफ्तर बने और इस नू साडे भविष्य जदों आउण बच्चे वो देखन कि हिंदुस्तान की जालम सरकार ने साडे नाल की कीता है, किस तरह साडा नाश करन दा हिंदुस्तान की सरकार ने यतन कीते हैं। कमरे दे सड़े हुए बाहरों शहर का दृश्य दिस रहा है, दरबार साहब दिस रहा है। सामने बुरज जिन्हां ते सिंह लड़े सन, घंटाघर बुरज, इन्हां तो सिंह बहादरी दे नाल अखीरले दम तक हरमंदर साहब की रक्षा करते रहे। पक्का श्रोमणी गुरुद्वारा प्रबंधक कमेटी के एक कमरे का कमरा सरदार गुरचरण सिंह टौड़ा, जिंदे विचों गुरचरण सिंह टौड़े नूं गिरफ्तार किया गया। बीबियां
ਸਾਡੀਆਂ ਬੱਚੀਆਂ ਆਪਣੇ ਭਵਿੱਖ ਨੂੰ ਦੇਖਦੀਆਂ ਹੋਈਆਂ ਸਰਕਾਰ ਨੇ ਸਾਡੇ ਤੇ ਕੀ ਜ਼ੁਲਮ ਕੀਤਾ ਹੈ, हिंदुस्तान की सरकार सिखा नूं किस तरह ख़त्म कर रही है, और इत्थे जो भी नौजवान आउंदा है वो एक कसम खांदा है कि असां ने हिंदुस्तान की सरकार दे नाल टक्कर लैनी है। ऐसा देश ऐसा वतन बनाउणा है जिथे सानूं पूर्ण आज़ादी होवे, जिथे साडे धार्मिक स्थान धार्मिक ग्रंथां दा सत्कार होवे, जिथे इस तरीके दे नाल साडा साड़ फूक ना होवे, सिखां दी इज्जत होवे, 2 नंबर दा शहरी ना समझा जाए और सिखां नूं पूरे हक हकूक होण और निर्दोषी सिखां नूं पशुआं दी तरह जानवरां दी तरह कतल ना किया जाए। सो इत्थे जिहड़ा भी आउंदा है वो बाद विच जाके नौजवान केसरी दस्तारा सजा लैंदा है। ते अज सरकार हर नौजवान दे विचों संत पिंडरां वाले शहीद नहीं होए, सगों संत पिंडरां वाले अजे भी जिउंदे हन, क्योंकि हर नौजवान दे चेहरे हर नौजवान दे विचों उन्हां नूं संत पिंडरां वाला नज़र आउंदा है, क्योंकि हर नौजवान दे मन दे विच है कि असां ने सरकार इंदिरा सरकार ज़ालिम सरकार हिंदू सरकार तो बदला लाना है। इसे ही इन्हां ही इमारत नूं वेख के सतवंत सिंह भाई बेअंत सिंह जी ने इंदिरा गांधी नूं कतल कर दिता जो उन्हां दे बाडीगार्ड सन। इसे तरह ही यही दृढ़ विश्वास हर सिख नौजवान इत्थों लैके जाता है कि असां ने जिस तरह सतवंत सिंह बेअंत सिंह ने कारनामा किया है, इहो जिहा कारनामा ही असी करना है और शहादतां कौम दे बदले पाउणियां हन। श्रोमणी गुरुद्वारा प्रबंधक कमेटी दे बरांडे का एक दृश्य सामने तेजा सिंह समुद्री हाल। इंदिरा कुत्ती मारो जुत्ती, इत्थे जिहड़ा भी कोई भी नौजवान आउंदे ने अड्ड अड्ड आके नारे लिख के जाते ने, अपने दिल की भावना लिख के जाते ने ताकि आउण वाले इत्थों समझण कि असी की चाहुंदे हां। इन्हां इमारतां दे उत्ते थां थां ते खालिस्तान जिंदाबाद, खून दा बदला खून से लवांगे ते अजिहे होर अनेकां नारे लिखे हुए हैं। संत पिंडरां वाला जिंदाबाद, खालिस्तान जिंदाबाद। एक होर कमरे का दृश्य पक्खा सड़ चुका है और इस दे पर सारा इमारत उत्ते भावें फौजियां ने कली फेरी है पर निशान वो अजे भी नहीं मेट सके। इमारत का एक होर हिस्सा कमरे का जिहड़ा कि फर्श सारा डेरा है प्लस्तर है वो गिर चुका है। इस बंबां दे नाल उड्डिया होया कमरे का एक हिस्सा बंबां दे नाल उड़ा के बाद विच अग ला के साड़ दिता जांदा सी। इत्थे ही बाबा दीप सिंह जी शहीद ने जदों देखा कि हरमंदर साहिब की मुगल जरवाणियां ने बेअदपी की है, पवित्रता भंग की है, ते हरमंदर साहिब का पवित्रता कायम करने लई धर्म युद्ध का ऐलान किया। श्रोमणी गुरुद्वारा प्रबंधक कमेटी तेजा सिंह समुद्री हाल के गुंबद का एक तस्वीर जिस विच गुंबद सारा उड्डिया पिया है, सामने सारे निशान दिस रहे ने। सिख नौजवान पहले दिन जिस दिन खुलिया तो उस दिन दर्शन दीदारे करते हुए गुंबद का एक होर हिस्सा दूसरे गुंबद का टैंकी जिस तो सूरबीर बहादुर सिख अखीरले दम तक लड़ते हुए शहादतां प्राप्त कीतियां पर हरमंदर साहिब विच अपने जिउंदे जी किसी ना आउण दिता। भाई अमरीक सिंह जी, बाबा ठारा सिंह जी, संत बाबा जरनैल सिंह जी ते मेजर जनरल शबीक सिंह ते होर अनेकां सिंह सूरबीर बहादरी नाल लड़ते हुए शहादतां प्राप्त कर गए श्री दरबार साहिब अमृतसर के पवित्रता कायम करने लई। यह है तेजा सिंह समुद्री हाल
ਫਰਸ਼ ਥਾਂ ਤੋਂ ਗੋਲੀਆਂ ਨਾਲ ਬੰਬਾਂ ਨਾਲ ਉੱਡਿਆ ਪਿਆ ਹੈ। ਇਸ ਦਾ ਜਿਹੜੇ ਜੰਗਲੇ ਅਸੀਂ ਦੇਖ ਰਹੇ ਹਾਂ ਕਿ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਰੱਖੇ ਗਏ ਸਨ, ਉਹ ਥਾਂ ਤੋਂ ਉਹਨਾਂ ਦੇ ਵਿੱਚੋਂ ਵੀ ਗੋਲੀਆਂ ਨਿਕਲ ਚੁੱਕੀਆਂ ਹਨ। ਸਾਰੇ ਦਰਵਾਜ਼ੇ, ਬਾਰੀਆਂ, ਰੋਸ਼ਨਦਾਨ ਸੜੇ ਪਏ ਹਨ। ਇਹ ਇਮਾਰਤ ਵੀ ਹੁਣ ਵਰਤੋਂ ਯੋਗ ਨਹੀਂ ਹੈ। ਤੇਜਾ ਸਿੰਘ ਸਮੁੰਦਰੀ ਹਾਲ ਦੀ ਉੱਪਰਲੀ ਗੈਲਰੀ, ਜਿੱਥੇ ਸਿੱਖ ਸੰਗਤਾਂ, ਸਿੱਖ ਸੰਮੇਲਨ ਹੁੰਦੇ ਸਨ, ਫਰਸ਼ ਸਾਰਾ ਤੇਜਾ ਸਿੰਘ ਸਮੁੰਦਰੀ ਹਾਲ ਦਾ ਟੁੱਟਾ ਪਿਆ ਹੈ। ਇੱਥੇ ਸਾਰੇ ਸਿੱਖ ਸੰਮੇਲਨ, ਸਿੱਖ ਵਿਚਾਰਧਾਰਾ ਦੇ ਸੰਮੇਲਨ ਹੁੰਦੇ ਸਨ, ਜਿੱਥੇ ਸਿੱਖਾਂ ਨੂੰ ਸੋਝੀ ਦਿੱਤੀ ਜਾਂਦੀ ਸੀ। ਜੋ ਵੀ ਦਰਬਾਰ ਸਾਹਿਬ ਆਉਂਦਾ ਹੈ, ਇਹਨਾਂ ਇਮਾਰਤਾਂ ਦੇ ਦਰਸ਼ਨ ਕਰਕੇ ਸਰਕਾਰ, ਹਿੰਦੁਸਤਾਨ ਦੀ ਕਾਂਗਰਸ ਸਰਕਾਰ, ਹਿੰਦੂ ਸਰਕਾਰ ਨੂੰ ਲਾਹਨਤਾਂ ਪਾਉਂਦਾ ਹੈ ਤੇ ਮਨ ਦੇ ਵਿੱਚ ਇੱਕ ਜਜ਼ਬਾਤ ਲੈ ਕੇ ਜਾਂਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਟੱਕਰ ਲੈਣੀ ਹੈ, ਕਿਉਂਕਿ ਜਿਉਣਾ ਹੈ ਅਣਖ ਨਾਲ। ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਇਸ ਇਮਾਰਤ ਦੇ ਵਿੱਚ ਕੋਈ ਵੀ ਸਿੱਖ, ਸਿਰਫ ਸੰਤ ਲੌਂਗੋਵਾਲ ਅਤੇ ਸਰਦਾਰ ਗੁਰਚਰਨ ਸਿੰਘ ਟੌੜੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਜਿਸ ਵੇਲੇ ਹਰਮੰਦਰ ਸਾਹਿਬ ਤੇ ਹਮਲਾ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇਖਿਆ ਕਿ ਸਾਡਾ ਫੌਜੀਆਂ ਦਾ ਇਤਨਾ ਨੁਕਸਾਨ ਹੋਇਆ ਹੈ, ਆਪਣਾ ਨੁਕਸਾਨ ਪੂਰਾ ਕਰਨ ਲਈ ਇਹਨਾਂ ਇਮਾਰਤਾਂ ਦੇ ਵਿੱਚ ਪੈਟਰੋਲ, ਗੋਲਾਬਾਰੀ ਕਰਕੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਦੋ ਨੌਜਵਾਨ ਸਤਵੰਤ ਸਿੰਘ, ਬੇਅੰਤ ਸਿੰਘ ਦੀ ਤਰ੍ਹਾਂ ਬੈਠ ਕੇ ਕੋਈ ਪਲਾਨ ਬਣਾ ਰਹੇ ਹਨ, ਸੋਚ ਰਹੇ ਹਨ, ਵਿਚਾਰ ਕਰ ਰਹੇ ਹਨ। ਅਸੀਂ ਦੇਖ ਰਹੇ ਹਾਂ ਸਾਹਮਣੇ ਇਮਾਰਤ ਸੜੀ ਹੋਈ। ਬਾਦਲ ਸਾਹਿਬ ਨੇ ਵੀ ਦੋ ਹੋਰ ਨੌਜਵਾਨ ਆਪਣੇ ਭਵਿੱਖ ਆਉਣ ਵਾਲੇ ਵਿਚਾਰਾਂ ਕਰਦੇ ਹੋਏ, ਜਦੋਂ ਵੀ ਕੋਈ ਵੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਸਿੱਖ ਨੌਜਵਾਨ, ਹਿੰਦੁਸਤਾਨ ਦੀ ਸਰਕਾਰ ਨਾਲ ਟੱਕਰ ਲੈਣ ਦੀਆਂ ਵਿਚਾਰਾਂ ਕਰਦੇ ਹੋਏ। ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ। ਬਾਦਲ ਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਅਸੀਂ ਅਖੀਰਲੇ ਦਮ ਤੱਕ ਹਿੰਦੁਸਤਾਨ ਦੀ ਸਰਕਾਰ ਨਾਲ ਲੜਾਂਗੇ ਔਰ ਅਖੀਰਲੇ ਦਮ ਤੱਕ ਬੱਚਾ ਲੜਦਾ ਰਹੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਹਰਲੇ ਪਾਸੇ ਦਾ ਇੱਕ ਦ੍ਰਿਸ਼, ਸਿੱਖ ਸੰਗਤਾਂ ਇਮਾਰਤ ਦੇ ਦਰਸ਼ਨ ਕਰਦੀਆਂ ਨੇ। ਸਾਨੂੰ ਚਾਹੀਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਹਨਾਂ ਸਾਰੀਆਂ ਇਮਾਰਤਾਂ ਨੂੰ, ਜਿਹੜੀਆਂ ਕਿ ਜੂਨ 1984 ਦੇ ਸਾਕੇ ਵਿੱਚ ਬਰਬਾਦ ਹੋਈਆਂ, ਇਹ ਵਰਤੋਂਯੋਗ ਨਹੀਂ ਹਨ, ਇਹਨਾਂ ਨੂੰ ਸੰਭਾਲ ਕੇ ਰੱਖਿਆ ਜਾਵੇ ਔਰ ਇਹਨਾਂ ਦੇ ਜੋ ਵੀ ਦਰਸ਼ਨ ਕਰੇਗਾ ਉਹ ਜ਼ਰੂਰ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਟੱਕਰ ਲਏਗਾ। ਤੇਜਾ ਸਿੰਘ ਸਮੁੰਦਰੀ ਹਾਲ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਕਮੇਟੀ ਦੇ ਸਾਹਮਣੇ ਮੁੱਖ ਪਾਸਾ ਫਰੰਟ ਸਾਈਡ ਜਲਿਆਂਵਾਲੇ ਬਾਗ ਵਿੱਚ ਜਨਰਲ ਅਡਵਾਇਰ ਨੇ ਕੁਝ ਗਿਣਤੀ ਦੀਆਂ ਗੋਲੀਆਂ ਚਲਾਈਆਂ ਸਨ, ਜਿਹੜੀਆਂ ਕਿ ਅੱਜ ਤੱਕ ਸੰਭਾਲ ਕੇ ਰੱਖੀਆਂ ਗਈਆਂ ਹਨ। ਹਰ ਸ਼ਰਧਾਲੂ ਉੱਥੇ ਵੇਖ ਕੇ ਉਸ ਅਡਵਾਇਰ ਨੂੰ ਲਾਹਨਤਾਂ ਪਾਉਂਦਾ ਹੈ ਤੇ ਜੋ ਉੱਥੇ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਦਾ ਹੈ। ਇਸੇ ਤਰ੍ਹਾਂ ਹੀ ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਸਾਰਾ ਕੁਝ ਸੰਭਾਲ ਕੇ ਰੱਖੀਏ। ਇਹ ਗੋਲੀਆਂ ਦੇ ਨਿਸ਼ਾਨ, ਇਹ ਬੰਬਾਂ ਦੇ ਨਿਸ਼ਾਨ, ਇਹ ਸੜੀ ਹੋਈ ਇਮਾਰਤ, ਇਹ ਸੜਿਆ ਹੋਇਆ ਫਰਨੀਚਰ, ਅਲਮਾਰੀਆਂ, ਪੱਖੇ ਇੱਕ ਯਾਦ ਹਨ, ਇੱਕ ਇਤਿਹਾਸ ਹੈ। ਇਹਨਾਂ ਸਾਰਿਆਂ ਨੂੰ ਸੰਭਾਲ ਕੇ ਰੱਖੀਏ ਔਰ ਆਉਣ ਵਾਲੇ ਜਨਰੇਸ਼ਨ ਨੂੰ, ਆਉਣ ਵਾਲੀ ਪੀੜ੍ਹੀ ਨੂੰ ਇਹ ਵਿਖਾਈਏ ਤਾਂ ਕਿ ਆਉਣ ਵਾਲੀ ਪੀੜ੍ਹੀ ਹਿੰਦੁਸਤਾਨ ਦੀ ਸਰਕਾਰ, ਹਿੰਦੁਸਤਾਨ ਦੀ ਕਾਂਗਰਸ, ਹਿੰਦੂ ਸਰਕਾਰ ਦੇ ਖਿਲਾਫ ਜੱਦੋ-ਜਹਿਦ ਕਰ ਸਕੇ। ਅਸੀਂ ਦੇਖ ਰਹੇ ਹਾਂ ਸਾਹਮਣੇ ਕਿਸ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਹਨ, ਗੋਲੀਆਂ ਦੇ ਨਿਸ਼ਾਨ, ਬੰਬਾਂ ਦੇ ਨਿਸ਼ਾਨ। ਅੰਧਾਧੁੰਦ ਗੋਲੀ ਚਲਾਈ ਗਈ, ਜਿਸ ਦੀ ਬਾਰੀ ਵਿੱਚ ਵੱਜੀਆਂ ਗੋਲੀਆਂ ਦੇ ਨਿਸ਼ਾਨ, ਦਰਵਾਜ਼ੇ ਦੇ ਨਾਲ ਵੱਜੀਆਂ ਗੋਲੀਆਂ ਦੇ ਨਿਸ਼ਾਨ,
ਥੰਮ ਤੇ ਵੱਜੀਆਂ ਗੋਲੀਆਂ ਦੇ ਨਿਸ਼ਾਨ, ਇਹਨਾਂ ਗੋਲੀਆਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਅਗਰ ਇੰਨਾ ਸਮਾਨ, ਜਿੰਨੀਆਂ ਗੋਲੀਆਂ ਇੱਥੇ ਇੱਕ ਇਮਾਰਤ ਤੇ ਵਰਤੀਆਂ ਗਈਆਂ ਨੇ, ਸਾਰੇ ਦਰਬਾਰ ਸਾਹਿਬ ਨੂੰ ਛੱਡ ਦਿੱਤਾ ਜਾਵੇ, ਜੇਕਰ ਅਸੀਂ ਗਿਣਤੀ ਕਰ ਲਈਏ ਜਿਤਨੇ ਬੰਬਾਂ ਦਾ ਇਸਤੇਮਾਲ ਕੀਤਾ ਗਿਆ, ਜਿੰਨਾ ਗੋਲੀਆਂ ਇੱਥੇ ਚਲਾਈਆਂ ਗਈਆਂ, ਇੰਨਾ ਅਸਲਾ ਜੇਕਰ ਸਿੱਖਾਂ ਦੇ ਕੋਲ ਹੋਵੇ ਤਾਂ ਸਿੱਖ ਸਾਰੇ ਹਿੰਦੁਸਤਾਨ ਤੇ ਕਬਜ਼ਾ ਕਰ ਸਕਦੇ ਨੇ, ਕਿਉਂਕਿ ਸਿੱਖ ਸੂਰਬੀਰ ਬਹਾਦਰ ਨਿਰਦੋਸ਼ਾਂ ਨੂੰ ਨਹੀਂ ਮਾਰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਬੱਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ ਉੱਪਰ ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਹਨ। शायद जितना असला, जितना अमिशन हिंदुस्तान की सरकार ने श्री दरबार साहब विखे चलाया और खर्चा किया, इन्ना पाकिस्तान की लड़ाई वेले भी नहीं होया। उस तो वध खर्चा होया ते ठीक उस तो वध जवान, फौजी जवान हिंदुस्तान सरकार दे ਸਿੰਘਾਂ ने, गिनती दे ਸਿੰਘਾਂ ने पार बुला दिते, क्योंकि हिंदुस्तान की फौज पैसे बदले लड़ रही सी, जदों कि सिख नौजवान अपने धर्म बारे, अपने ईमान बदले, अपने अणख बदले लड़ रहे सन। ते वो इक्को एक नारा लाउंदे सन, सिर जावे तां जावे, मेरा सिक्खी सिदक ना जावे। ये कहते हुए एक एक नौजवान अगे आउंदा सी, हज़ारां फौजियां नूं मारदा होया अगे चला जांदा सी। धर्म प्रचार कमेटी, श्रोमणी गुरुद्वारा प्रबंधक कमेटी का सामने वाला पासा थले प्रेस है, उपरले पासे श्रोमणी गुरुद्वारा प्रबंधक कमेटी का निशान है। असी देखते हैं किस तरह सामने गोलियां दे निशान, कितने गोलियां वजियां हन, बंब वजे हन, जिन्हां दी गिनती ही नहीं हो सकती। आखिर ये किसी निशाने नूं मुख रख के नहीं सन मारियां जांदियां, जिधर नूं वेखिया सी अंधा धुंध मारियां जांदियां। स्टेशनरी क्लर्क का दफ्तर जिहड़ा गोलियां का निशाना बनाया गया, जिथे कि उस वेले कोई भी बंदा नहीं सी, कोई भी प्राणी नहीं सी, सगों अंधे धुंध जिहड़ी भी चीज़ देखी ते गोली नाल पहलां उन्हां दे गोलियां चलाईयां, फिर उन्हां गोलियां दे निशाना राहीं पेट्रोल अंदर पा के, डीजल पा के, तेल पा के, गैस पा के उत्थे अग ला दित्ती जांदी रही। लंगर गुरु रामदास सरां दे नाल लगदा लंगर श्रोमणी गुरुद्वारा प्रबंधक कमेटी ते गुरु रामदास सरां दे विचालड़ा हिस्सा। गुरु नानक निवास इस दियां 4 मंजिलां हन और गुरु नानक देव जी दे 500 साला पवित्र जन्म दिहाड़े ते ये इमारत बनाई गई सी। इत्थे संत जरनैल सिंह जी भिंडरा मेहता वाले, उन्हां दे सैकड़े साथी, आल इंडिया सिख स्टूडेंट फैडरेशन के नौजवान, भाई अमरीक सिंह, होर सैकड़े नौजवान, अकाल फैडरेशन के नौजवान, आल इंडिया सिख स्टूडेंट फैडरेशन के नौजवान, दल खालसा के नौजवान ते खालिस्तान के जवान इत्थे रहिंदे सन। इत्थे ही भाई बलबीर सिंह जी दल खालसे दे रहिंदे सन ते इत्थों ही वो पाकिस्तान जाके फिर वापस आए सन। संत जरनैल सिंह जी भिंडरा वालियां दियां बसां ਜਿਹੜੀਆਂ कि पहला महते चौक तो गिरफ्तार जिस वेले संतां नूं कीता ते उस तो पहला चंदोआ कलां दे विच संतां दियां 2 बसां हरियाणा चंदो कलां दे विखे साड़ दित्तियां गईयां सन। इन्हां दे पिछे जो दरवाजा असीं देख रहे हैं, ये पिछे क्वार्टर नूं लगदा है। इस दे थाणी कुछ नौजवान सिंह बहादुर निकलण विच कामयाब हो गए। सामने घंटा घर है, किस तरह झुलसिया पिया है, किस तरह सड़िया पिया है। इस दे उत्तों भी सिंह सूरबीरता बहादुरी नाल लड़े और अखीरले दम तक फौज नूं मारदे होए शहादतां प्राप्त कीतियां। संत जरनैल सिंह जी भिंडरा वालियां दियां 2 बसां जिहड़ियां कि फौज ने साड़ के स्वाह कर दित्तियां। ये बसां मेहता चौक विखे जदों संतां दी गिरफ्तारी हुई ते जदों सूरबीर बहादुर खालिस्तान दे हामी जहाज नूं पाकिस्तान लै गए, उस तो पिछे दिल्ली दी संगत ने संत जरनैल सिंह जी भिंडरा वालियां नूं ये बसां दित्तियां सन। सिख नौजवान बर्बादी नूं वेखदे होए इत्थे ही आके विचारां करदे ने कि असां इस बर्बादी का बदला किवें लैना है, हिंदुस्तान की जालिम सरकार का सिर किवें फेना है। इत्थे आके बजुर्ग, नौजवान, बच्चे एक संदेश लैके जाते ने कि असां ने इसका बदला जरूर लेना है। हिंदुस्तान दी इट नाल इट खड़का देनी है, हिंदुस्तान का उही हाल करना है जिहड़ा कदे
ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦਾ ਕੀਤਾ ਸੀ। ਜਿਤਨਾ ਚਿਰ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਦਾ ਇਸ ਤਰ੍ਹਾਂ ਦਾ ਹਾਲ ਨਹੀਂ ਅਸੀਂ ਕਰ ਦਿੰਦੇ ਉਹਨਾਂ ਚਿਰ ਅਸੀਂ ਸਾਹ ਨਹੀਂ ਲਵਾਂਗੇ, ਕਿਉਂਕਿ ਇਹ ਸਭ ਤੋਂ ਇਹ ਸਿੱਖਾਂ ਦਾ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਹਰਮੰਦਰ ਸਾਹਿਬ ਤੇ ਸਿੱਖ ਸੰਗਤਾਂ ਦੇ ਪੈਸੇ ਨਾਲ ਬਣੀ ਹਰ ਚੀਜ਼ ਸਿੱਖਾਂ ਦਾ ਦਿਲ ਹੈ। ਸਿੱਖ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਪਾਈ ਦੇ ਕੇ ਇਹ ਇਮਾਰਤਾਂ ਦੀ ਉਸਾਰੀ ਕਰਵਾਉਂਦਾ ਹੈ ਤੇ ਇਹਨਾਂ ਦੀ ਬੇਅਦਬੀ ਕਦੇ ਵੀ ਉਹ ਸਿੱਖ ਬਰਦਾਸ਼ਤ ਨਹੀਂ ਕਰਦਾ। ਇਹ ਹੈ ਗੁਰੂ ਨਾਨਕ ਨਿਵਾਸ ਨੂੰ ਜਾਂਦੇ ਮੁੱਖ ਰਸਤੇ ਦਾ ਇੱਕ ਦ੍ਰਿਸ਼। ਸਾਹਮਣੇ ਬੰਬਾਂ ਨਾਲ ਉੱਡਿਆ ਹੋਇਆ ਥਾਂ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ, ਜਿਹੜਾ ਕਿ ਗੁਰੂ ਨਾਨਕ ਨਿਵਾਸ ਦੇ ਸਾਹਮਣੇ ਹੈ। ਇਸ ਨੂੰ ਵੀ ਸਾੜ ਕੇ ਸੁਆਹ ਕਰ ਦਿੱਤਾ ਗਿਆ। ਗੁਰੂ ਨਾਨਕ ਨਿਵਾਸ ਦੀ ਇੱਕ ਬਿਲਡਿੰਗ ਦਾ ਇੱਕ ਦ੍ਰਿਸ਼, ਇੱਕ ਕਮਰੇ ਦਾ ਇੱਕ ਦ੍ਰਿਸ਼ ਕਿਸ ਤਰ੍ਹਾਂ ਬੰਬਾਂ ਦੇ ਨਾਲ ਉਡਾਇਆ ਪਿਆ ਹੈ। ਸ਼੍ਰੋਮਣੀ ਗੁਰੂ ਨਾਨਕ ਨਿਵਾਸ ਤੋਂ ਜਾਂਦਾ ਮੁੱਖ ਰਸਤਾ, ਇਹ ਸਾਹਮਣੇ ਦੋ ਗੇਟ ਜਿਹੜੇ ਦਿਸ ਰਹੇ ਨੇ, ਇਹ ਥੋੜਾ ਚਿਰ ਹੀ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਲਾਇਆ ਸੀ। ਇਸ ਦੇ ਸਾਹਮਣੇ ਹੀ ਸਿੰਧੀ ਹੋਟਲ ਹੈ, ਜਿੱਥੇ ਕਿ ਸੰਤਾਂ ਦੇ ਇੱਕ ਭਾਈ ਸੁਰਿੰਦਰ ਸਿੰਘ ਜੀ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਸ਼ਹੀਦ ਕਰਵਾ ਦਿੱਤਾ ਸੀ। ਔਰ ਇਹ ਹੈ ਗੁਰੂ ਰਾਮਦਾਸ ਨਿਵਾਸ, ਜਿਸ ਨੂੰ ਗੁਰੂ ਰਾਮਦਾਸ ਸਰਾਂ ਕਿਹਾ ਜਾਂਦਾ ਹੈ। ਉਹ ਹੈ ਸ਼੍ਰੀ ਗੁਰੂ ਰਾਮਦਾਸ ਨਿਵਾਸ ਸ਼੍ਰੀ ਅੰਮ੍ਰਿਤਸਰ। ਇਸ ਇਮਾਰਤ ਦੇ ਵਿੱਚ ਹੀ ਯਾਤਰੂ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਕੇ ਆਉਂਦੇ ਨੇ। ਜਿਸ ਵੇਲੇ ਹਮਲਾ ਹੋਇਆ ਤਾਂ ਉਸ ਵੇਲੇ